अस्सलाम वालेकुम दोस्तों, ਤੁਹਾਡਾ भाई मुहम्मद आसिफ खिची अपने नाल यासर भाई मौजूद ने ਤੇ जनाब 385 मिलत ट्रैक्टर तो बाद मिलत कंपनी ने जनाब MT 390 मिलत ट्रैक्टर 390 90 हॉर्स पावर अपना ट्रैक्टर लॉन्च कर दिता है जी। ਤੇ ਕਿਸਾਨ ਇਹਦੀ ਜਨਾਬ ਬੜੀ ਮੰਗ ਕਰਦੇ ਆ ਵੱਡੇ ਟਰੈਕਟਰ ਦੀ ਵੀ ਸਾਡੇ ਕੋਲ ਉਜ਼ਾਰ ਵੱਡੇ ਹਨ ਜੀ, ਹੁਣ ਟਰੈਕਟਰ ਵੀ ਵੱਡਾ ਹੋਣਾ ਚਾਹੀਦਾ ਹੈ। यासर भाई लास्ट ऑफ मिलत ने जनाब 90 HP ट्रैक्टर लॉन्च कर दिता है जी जनाब, बिल्कुल इस तरह जी। यासर भाई ਆਪਾਂ ਨੂੰ ਰਿਵਿਊ ਦੇਣਗੇ ਕਿ ਇਹਦੇ ਵਿੱਚ ਕੀ ਤਬਦੀਲੀ ਕੀਤੀ ਗਈ ਹੈ, ਕਿੱਥੇ ਤਬਦੀਲੀ ਕੀਤੀ ਗਈ ਹੈ ਔਰ ਇਹ ਕਿਆ ਟਰੈਕਟਰ ਇਸ ਟਾਈਮ ਕੰਪਲੀਟ ਹੈ ਜਾਂ ਅਨਕੰਪਲੀਟ ਹੈ, ਕਿਉਂਕਿ ਇਹ ਟ੍ਰਾਇਲ ਦੇ ਵਿੱਚ ਆ ਰਿਹਾ ਹੈ। यासर भाई आसिफ भाई ये जिस तरह खड़ोता ना इस तरह हाल की घड़ी फिलहाल वक्त ये कंप्लीट खड़ा है। अच्छा जी, जिस तरह ने कंपनी ने देना है ठीक हो गया। दो ट्रैक्टर होंगे, एक 2 व्हील ड्राइव चाहूगा, एक 4 व्हील ड्राइव होएगा। अच्छा जी, ਇਹ ਵਾਲਾ ਟਰੈਕਟਰ 4 ਵੀਲ ਦੇ ਵਿੱਚ ਹੈ ਔਰ ਜੋ ਤਬਦੀਲੀਆਂ ਤੁਹਾਨੂੰ 2 ਵੀਲ ਚ ਮਿਲਣੀਆਂ ਉਹੀ 4 ਵੀਲ ਚ ਮਿਲਣੀਆਂ। ਅੱਛਾ ਜੀ, ਇਹਦੇ ਵਿੱਚ ਤੁਹਾਨੂੰ ਕਿੱਟ ਜਿਹੜੀ 4x4 ਦੀ ਜਿਹੜੀ ਐਕਸਟਰਾ ਵੀਲ ਮਿਲਦੀ ਉਹਦੇ ਨਾਲ ਤੁਹਾਨੂੰ ਟਾਇਰ ਸਾਈਜ਼ ਬੜਾ ਮਿਲ ਜਾਂਦਾ ਹੈ 385 ਨਾਲੋਂ। ਠੀਕ ਹੋ ਗਿਆ ਜੀ। ਇਹ ਵੀ ਤੁਹਾਨੂੰ ਮਿਲ ਜਾਂਦਾ 14 9 14 9 24 24 12 ਦਾ ਹੁੰਦਾ ਹੈ। ਇਹ 14 9 24 ਦਾ ਹੈ ਜੀ। ਇਹ 14 9 24 ਦਾ। ਹਾਂਜੀ, ਇੱਕ ਤਾਂ ਟਰੈਕਟਰ ਅੱਗੇ ਨਾਲੋਂ ਬੜਾ ਹੋ ਗਿਆ, ਉੱਚਾ ਹੋ ਗਿਆ। ਟਰੈਕਟਰ ਦਾ ਟੋਰਾ ਤੁਸੀਂ ਚਲਾ ਕੇ ਚੈੱਕ ਕਰੋਗੇ ਹੁਣ ਫੀਲਡ ਵਿੱਚ ਜਾਏਗਾ, ਤੁਹਾਨੂੰ ਟੋਰਾ ਵੀ 385 ਤੋਂ ਜ਼ਿਆਦਾ ਮਿਲੂਗਾ। यासर भाई ये टोरा टायरां ਦੀ ਵਜ੍ਹਾ ਤੋਂ ਪਤਾ ਹੈ ਜਾਂ ਕੜਾ ਬਨੀਆਂ ਨਹੀਂ ਦਾ ਇਹਨਾਂ ਨੇ ਅੰਦਰ ਤਬਦੀਲ ਕੀਤਾ ਜੀ। ਅੱਛਾ, ਜੋ ਵੀ ਮਾਈਨਰ ਚੇਂਜ ਕਰਕੇ ਨਾ ਹਾਂਜੀ ਉਸ ਨੂੰ ਥੋੜਾ ਤੇਜ਼ ਕੀਤਾ। ਠੀਕ ਹੋ ਗਿਆ। ਟਾਇਰਾਂ ਦੀ ਵਜ੍ਹਾ ਤੋਂ ਔਰ ਉਸ ਚੇਂਜਿੰਗ ਦੀ ਵਜ੍ਹਾ ਤੋਂ ਇਹਦੀ ਸਪੀਡ ਜ਼ਿਆਦਾ ਟਾਇਰ ਨਾਲ ਪ੍ਰੋਪਰ ਉਤਨਾ ਫਰਕ ਨਹੀਂ ਪੈਣਾ ਕਿਉਂਕਿ ਪਿੱਛੇ ਤਾਂ 18 ਦਾ ਹੀ ਹੈ ਨਾ ਜੀ ਜੀ, ਤੇ ਉਹ ਤਾਂ ਚੱਕਰ ਤਾਂ ਮੈਚ ਨੇ, ਲੇਕਿਨ ਇਹ ਵੀ ਉਹ ਅੰਦਰੋਂ ਤਬਦੀਲ ਕਰ ਦਿੱਤਾ। ਠੀਕ ਹੋ ਗਿਆ। ਅੱਛਾ, ਸੀੜੀਆਂ ਜਾਂ ਪੌੜੀਆਂ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਇਹ ਵੀ ਚੇਂਜ ਹੋ ਗਈਆਂ। ਅੱਛਾ ਜੀ, ਪਲੇਟਫਾਰਮ ਇਸ ਦਾ ਚੇਂਜ ਹੋ ਗਿਆ। ਡਰਾਈ ਏਅਰ ਕਲੀਨਰ ਦੀ ਵੱਡੀ ਮੰਗ ਸੀ ਫਾਰਮਰ ਭਾਈਆਂ ਦੀ ਕਿ ਉਹਦੇ ਅੰਦਰ ਡਸਟ ਘੱਟ ਜਾਂਦੀ, ਜਿੰਨੀ ਡਸਟ ਘੱਟ ਸੈਕਸ਼ਨ ਕਰੇਗਾ ਟਰੈਕਟਰ ਉਨੀ ਪਿਸਟਨ ਰਿੰਗ ਤੁਹਾਡੇ ਅੱਛੇ ਚੱਲਣਗੇ। ਅੱਛਾ ਜੀ, ਤੇ ਰਿੰਗ ਚੰਗੇ ਚੱਲਣਗੇ ਤੇ ਇੰਜਨ ਲਾਈਫ ਵੀ ਵਧੂਗੀ। ਇੰਜਨ ਵੀ ਚੇਂਜ ਹੈ यासर भाई ਇਹਦੇ ਵਿੱਚ? ਜੀ ਜਨਾਬ, ਇਹਦੇ ਅੰਦਰ ਸੀਰੀਜ਼ ਜਿਹੜੀ ਹੈ ਇੰਜਨ ਦੀ ਚੇਂਜ ਆ, ਬਾਹਰੋਂ ਤੁਹਾਨੂੰ ਇੱਕ ਜੈਸਾ ਨਜ਼ਰ ਆਉਂਦਾ ਲੇਕਿਨ ਅੰਦਰਲੀ ਸਾਈਡ ਤੋਂ ਜਿਹੜੀ ਸੈਟਿੰਗ ਹੁੰਦੀ ਨਾ, ਜਿਸ ਤਰ੍ਹਾਂ ਕਦੀ ਤੁਸੀਂ ਬਲਾਕ ਜਾਂ ਇੰਜਨ ਆਪਾਂ ਖੋਲਦੇ ਦੇਖਿਆ ਆਪਾਂ ਕਿੰਨੇ ਸਰਾਖ ਹੁੰਦੇ ਨੇ। ਹਾਂਜੀ ਹਾਂਜੀ, ਬਿਲਕੁਲ ਇਸ ਤਰ੍ਹਾਂ। ਉਹ ਛੋਟੀਆਂ ਇਹਦੇ ਵਿੱਚ ਨਾ ਆਪਣੇ ਸੀਰੀਜ਼ ਚੇਂਜ ਕਰਦੇ ਨੇ, ਯਾਨੀ ਕਿ ਵਿੱਚੋਂ ਤਬਦੀਲੀ ਹੈ, ਵਿੱਚੋਂ ਤਬਦੀਲੀਆਂ ਨੇ। ਅੱਛਾ ਜੀ, ਕਿਉਂਕਿ ਉੱਪਰ ਟਰਬੋ ਲਵਾਉਣੀ ਹੈ ਨਾ ਜੀ। ਟਰਬੋ ਜਿਹੜਾ ਦੂਸਰਾ ਇੰਜਨ ਸੀ ਉਹਦੇ ਉੱਤੇ ਅਸੀਂ ਵੀ ਉਸ ਵਕਤ ਪਹਿਲੇ ਟਰਾਈ ਕਰਦੇ ਨੇ, ਸਾਡੇ ਕੋਲ ਨਹੀਂ ਸੀ ਚੱਲਦੀ। ਜੀ ਜੀ, ਇਹਨਾਂ ਨੇ ਹੁਣ ਸੀਰੀਜ਼ ਚੇਂਜ ਕਰਕੇ ਅੰਦਰੋਂ ਤਬਦੀਲੀਆਂ ਕਰਕੇ ਉਹਦੇ ਅੰਦਰ ਟਰਬੋ ਲਗਾਈ ਹੈ। यासर भाई ਕਾਫੀ ਕੰਪਨੀਆਂ ਨੇ ਟਰਬੋ ਲਗਾ ਕੇ ਟਰੈਕਟਰ 100 HP ਲਾਂਚ ਵੀ ਕੀਤੇ ਜੀ ਹੈ, ਕੀਤੇ ਨੇ ਜੀ। ਲੇਕਿਨ ਅੱਜ ਉਹਨਾਂ ਦੀ ਸ਼ਿਕਾਇਤ ਵੀ ਆ ਰਹੀ ਹੈ। ਹਾਂਜੀ, ਇਹ ਕੰਪਨੀ ਨੇ ਮੁਕੰਮਲ ਤਕਰੀਬਨ ਸਾਲ ਡੇਢ ਤੋਂ ਟ੍ਰਾਇਲ ਦੇ ਵਿੱਚ ਚੱਲ ਜ਼ਿਆਦਾ ਸਰ ਜ਼ਿਆਦਾ ਜ਼ਿਆਦਾ। ਇਹ ਇਹਨਾਂ ਨੇ ਪਿਛਲੇ ਮੈਂ ਨਾ 4-5 ਸਾਲ ਪਹਿਲੇ ਦੇਖਿਆ ਸੀ। ਅੱਛਾ ਜੀ, ਉਹ ਟਰੈਕਟਰ ਵਾਪਸ ਲੈ ਗਿਆ, ਫਿਰ ਇੱਕ 6 ਸਾਲ ਜਿਹੜਾ ਉਹ ਗਾਇਬ ਰਿਹਾ, ਦੁਬਾਰਾ ਫਿਰ ਆਇਆ, ਫਿਰ 2-3 ਸਾਲ ਟੈਸਟਿੰਗ 'ਚ ਸੀ, ਫਿਰ ਇਹ 6 ਮਹੀਨੇ ਸਾਲ ਮੈਂ ਨਹੀਂ ਦੇਖਿਆ, ਫਿਰ ਅਚਾਨਕ ਮੈਂ ਪਿਛਲੇ ਦਿਨ ਇੱਕ ਦੇਖਿਆ, ਮੈਂ ਕਿਹਾ ਵੀ ਇਹ ਤਾਂ ਫਿਰ ਉਹਨਾਂ ਨੂੰ ਦੱਸਿਆ, ਉਹਨਾਂ ਨੇ ਕਿਹਾ ਜੀ ਹੁਣ ਅਸੀਂ ਕਰੀਬ 3 ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕੋਈ ਕੱਚੀ ਚੀਜ਼ ਮਾਰਕੀਟ 'ਚ ਛੱਡ ਦਈਏ। यासर भाई ਇੱਕ ਹੋਰ ਹੈ ਵੀ ਜਿਹੜੀਆਂ ਵੀ ਗੱਲਾਂ ਹੁਣ ਤੱਕ ਮੀਡੀਆ ਤੇ ਵੇਖ ਕੇ ਕਿਸਾਨਾਂ ਦੇ ਰਿਵਿਊ ਲੈਂਦੇ ਹੋਏ ਨਾ, ਕੰਪਨੀ ਨੇ ਕਾਫੀ ਅੱਛੀਆਂ ਚੇਂਜਿੰਗ ਕੀਤੇ ਨੇ, ਜਿੰਦੇ ਵਿੱਚ ਇਹ ਬਿਲਾਰਸ ਤਰ੍ਹਾਂ ਇਹ ਜਿਹੜਾ ਇਹਨਾਂ ਲਗਾਇਆ ਹੈ ਨਾ ਜੀ ਸਰ, ਇਹ ਆਪਣਾ ਇਹ ਦੇਖਦਿਆਂ ਹੋਇਆਂ ਵੀ ਜਿਹੜੇ ਹਾਲਾਤ ਅੱਜ ਕੱਲ੍ਹ ਓਵਰਲੋਡਿੰਗ ਦੇ ਜਿਹੜੇ ਹਾਲਾਤ ਹੋ ਗਏ ਨੇ ਨਾ ਜੀ। ਹਾਂਜੀ, ਕਿਉਂਕਿ ਉਹ ਜਿਹੜੀ ਅਸੀਂ ਇੱਕ 600-700 ਮਣ ਵਜ਼ਨ ਆ ਨਾ ਜੀ, ਉਹਨੂੰ ਤਾਂ ਅਸੀਂ ਫਖਰ ਮਹਿਸੂਸ ਕਰਦੇ ਹਾਂ ਇਸ ਟਰੈਕਟਰ ਜੀ। ਅਮੂਮਨ ਫਾਰਮਰਾਂ ਨੂੰ ਇਹ ਪਤਾ ਹੀ ਨਹੀਂ ਵੀ ਇਹ ਕਿ ਛੋਟਾ ਟਰੈਕਟਰ ਹੈ, ਕੋਈ ਬੜਾ ਟਰੈਕਟਰ ਨਹੀਂਗਾ, ਇਹਦੀ ਕੈਪੈਸਿਟੀ ਇਹੀ 300-400 ਮਣ ਦੀ ਹੈ। ਬਿਲਕੁਲ ਅਸੀਂ 700-800 ਮਣ ਵਾਲੇ ਨੂੰ ਕਹਿੰਦੇ ਇਹਨਾਂ ਤਾਂ ਮੇਰਾ 480 ਜਾਂ 240 ਵੀ ਲੈ ਜਾਂਦਾ। ਹਾਂਜੀ, ਉਹ ਕੋਈ ਮਤਲਬ ਫਖਰ ਮਹਿਸੂਸ ਕਰਦੇ ਨੇ ਜ਼ਿਆਦਾ ਲੋਕ। ਬਿਲਕੁਲ ਇਸ ਤਰ੍ਹਾਂ। ਤਾਂ ਉਹ ਫਿਰ ਉਹਨਾਂ ਨੇ ਦੇਖਦਿਆਂ ਹੋਇਆਂ ਵੀ ਫਾਰਮਰ ਨੇ ਆਪਣੇ ਹਿਸਾਬ ਨਾਲ ਹੀ ਚੱਲਣਾ ਹੈ, ਉਹਨਾਂ ਥੋੜਾ ਇਹਨੂੰ ਇਧਰੋਂ ਸਪੋਰਟ ਦਿੱਤੀ ਹੈ ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਪੇਸ਼ ਆਵੇ। ਪੰਪ ਵੀ ਚੈੱਕ ਕਰਾਓ, ਇਹ ਡੀਜ਼ਲ ਪੰਪ ਚੇਂਜ ਹੈ ਸਰ। ਇਹ ਪੰਪ ਚੇਂਜ ਹੈ, ਇਹਨੂੰ ਕਿਹੜਾ ਪੰਪ ਬੋਲਦੇ ਆ? ਇਹ ਸਾਰੇ ਵਿੱਚ ਪਹਿਲੇ 2 ਗੋਲੀ ਵਾਲਾ ਹੁੰਦਾ ਸੀ, ਹੁਣ 3 ਗੋਲੀ ਵਾਲਾ ਕਹਿੰਦੇ ਨੇ ਇਹਨੂੰ। ਇਹ ਉਸ ਤੋਂ ਤਕੜਾ 4 ਗੋਲੀ ਵਾਲਾ ਜੀ। 4 ਗੋਲੀ ਵਾਲਾ। ਹਾਂਜੀ, ਇਹ ਤੁਹਾਡੀ ਸਲਾਹ ਕਰ ਦਿੱਤੀ ਜੀ ਤਾਰਕ ਸਾਹਿਬ। ਇਹ 4 ਗੋਲੀ ਵਾਲਾ ਜੀ, ਪਹਿਲੇ ਸੀਗਾ 3 ਗੋਲੀ ਵਾਲਾ ਜੀ, ਸਹੀ ਹੋ ਗਿਆ ਹੁਣ ਜੀ, 4 ਗੋਲੀ ਵਾਲਾ ਹੋ ਗਿਆ। ਕਾਫੀ ਚੀਜ਼ਾਂ ਹਨ ਜੀ ਜਿਹੜੀਆਂ ਆਪਾਂ ਨੂੰ ਐਸਾ ਸਮਝ ਆਣਗੀਆਂ, ਮਿਸਟੇਕ ਹੋ ਜਾਂਦੀ ਹੈ। ਹਾਂਜੀ, ਇਹ ਜਨਾਬ ਡਰਾਈ ਏਅਰ ਕਲੀਨਰ ਡਬਲ ਹੋ ਗਿਆ ਆਸਿਫ ਸਾਹਿਬ। ਡਬਲ ਤੋਂ ਵੀ ਮੈਂ ਕਹਿੰਦਾ ਸਰ ਟ੍ਰਿਪਲ ਹੋ ਗਿਆ ਨਾ। ਹਾਂ, ਉਹਦੇ ਅੰਦਰ ਉੱਤੇ ਪ੍ਰੀ ਏਅਰ ਕਲੀਨਰ ਥੱਲੇ 2 ਫਿਲਟਰ ਨੇ। ਹਾਂ, ਉਹ ਵੀ ਹੋ ਗਿਆ। ਇਹ ਚੈੱਕ ਕਰੋ ਜਨਾਬ, ਅੱਗੇ ਐਲ ਬਾਤ ਇੱਥੇ ਹੁੰਦਾ ਸੀ। ਹਾਂਜੀ ਹਾਂਜੀ, ਉਹ ਐਲ ਬਾਤ ਵਾਲਾ ਜਿਹੜਾ ਇਹ ਡਰਾਈ ਏਅਰ ਕਲੀਨਰ ਆ ਗਿਆ ਇਸ ਜਗ੍ਹਾ ਤੇ। ਇਹਦੇ ਵਿੱਚ 2 ਫਿਲਟਰ ਹੈ। ਹਾਂਜੀ, ਉੱਤੇ ਮੋਟਾ ਗੰਦ ਰੋਕਣ ਵਾਸਤੇ, ਥੱਲੇ ਫਿਰ ਬਰੀਕ ਗੰਦ ਰੋਕਣ ਵਾਸਤੇ, ਉਹਦੇ ਉੱਤੇ ਪ੍ਰੀ ਏਅਰ ਕਲੀਨਰ ਵੀ ਹੈ। ਠੀਕ ਹੋ ਗਿਆ। ਅੱਛਾ यासर भाई, ਇਹਦੀ ਜਿਹੜੀ ਅਸੈਂਬਲੀ ਹੈ ਇਹ ਵੀ ਚੇਂਜ ਕੀਤੀ ਗਈ ਹੈ? ਅਸੈਂਬਲੀ ਵੀ ਚੇਂਜ ਕੀਤੀ ਗਈ ਹੈ। ਇਹਦੀ ਚੌੜਾਈ ਜ਼ਿਆਦਾ ਹੈ? ਹਾਂ, ਨਹੀਂ ਚੌੜਾਈ ਦੇ ਮਤਲਬ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਆਸਿਫ ਸਾਹਿਬ। ਹਾਂਜੀ, ਅਲਬੱਤਾ ਡਿਜ਼ਾਈਨ ਚੇਂਜ ਆ। ਅੱਛਾ, ਠੀਕ ਕਿਟ ਦਾ ਡਿਜ਼ਾਈਨ ਚੇਂਜ ਆ, ਕਿਉਂਕਿ ਮੇਰੇ ਕੋਲ ਹੈ ਨਾ ਅੱਗੇ 385 ਉਹ ਹੋਰ ਕਿਟ ਅੱਗੇ ਨਾਲੋਂ ਮੋਟੀ ਜਿਹੜਾ ਹੈ ਨਾ ਜ਼ਬਰਦਸਤ। ਹਾਂ, ਮਤਲਬ ਅੱਗੇ ਨਾਲੋਂ ਬਿਹਤਰ ਹੈ। ਅੱਛਾ ਜੀ, ਇਹ ਸਲੈਂਸਰ ਦੀ ਵੀ ਜਗ੍ਹਾ ਤਬਦੀਲ ਹੋ ਗਈ ਹੈ, ਐਗਜ਼ੌਸਟ ਦੇ ਲਈ ਆਪਣਾ ਜਗ੍ਹਾ ਵੀ ਤਬਦੀਲ ਹੋਈ ਹੈ ਔਰ ਉਸ ਦੇ ਨਾਲ ਇਹਦੇ ਤੇ ਜਾਲੀ ਇਸਤੇਮਾਲ ਕਰ ਲਈ ਹੈ ਵੀ ਡੀਜ਼ਲ ਪਾਉਂਦੇ ਹੋਏ ਹੱਥ ਵਗੈਰਾ ਲੱਗੇ ਤੇ ਸੜੇ ਨਾ। ਹੋ ਗਿਆ ਜੀ। ਅੱਛਾ, ਇਹ ਟਰਬੋ ਮੇਨ ਚੀਜ਼ ਇਹਦੇ ਵਿੱਚ ਜਿਹੜੀ ਚੀਜ਼ ਹੈ ਉਹ ਤਬਦੀਲੀ ਉਹ ਟਰਬੋ ਹੈ। ਹਾਂਜੀ, ਟਰਬੋ ਤਬਦੀਲ ਹੋ ਗਈ ਹੈ
ਲੱਗ ਗਈ ਹੈ ਔਰ ਇਸ ਦੇ ਨਾਲ ਜਿਹੜਾ ਇਨਲੈਟ ਇਹਨੂੰ ਕਹਿੰਦੇ ਨੇ ਆਸਫ ਸਾਹਿਬ ਤੁਸੀਂ ਜਰਾ ਇੰਗਲਿਸ਼ ਜਾਣਦੇ ਹੋ ਅੱਛਾ ਇਹ ਆਸਫ ਸਾਹਿਬ ਬੜਾ ਕਰ ਦਿੱਤਾ ਇੱਕ ਦਫਾ ਅਸੀਂ ਮਿਲਰ ਟਰੈਕਟਰ ਗਏ ਸੀ ਔਰ ਉੱਥੇ ਅਸਾਂ ਨਾ ਇਹਨਾਂ ਨੂੰ ਅਸੀਂ ਆਪਣੇ ਨੱਕ ਸਿਲਮ ਦੇ ਮੁਤਾਬਕ ਉਹਨਾਂ ਨਾਲ ਗੱਲ ਕੀਤੀ ਸੀ ਵੀ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਟਰੈਕਟਰ ਦੀ ਹਵਾ ਕਮ ਆ ਅੱਛਾ ਜੀ ਇਹਨੂੰ ਹਵਾ ਜ਼ਿਆਦਾ ਦੀ ਜ਼ਰੂਰਤ ਆ ਅੱਛਾ ਜੀ ਉਹਨਾਂ ਫੌਰਨ ਆਪਣਾ ਇੰਜੀਨੀਅਰ ਲੜਕਾ ਬੁਲਾਇਆ ਉਹਨੂੰ ਕਿਹਾ ਵੀ ਯਾਰ ਤੂੰ ਇਹ ਲਿਖ ਲੈ ਅੱਛਾ ਜੀ ਕਿਆ ਇਸ ਤਰ੍ਹਾਂ ਦਾ ਕੋਈ ਮਸਲਾ ਟਰੈਕਟਰ 'ਚ ਹੈ ਬੜੀ ਖੁਸ਼ਾਇਨ ਗੱਲ ਹੈ ਸਾਰਾ ਦੇਖੋ ਉਹਨਾਂ ਨੇ ਟਰਬੋ ਲਗਾਉਣਾ ਕਿਉਂਕਿ ਸੈਕਸ਼ਨ ਵੀ ਇਹਨੇ ਕਰਨੀ ਹੈ ਨਾ ਟਰਬੋ ਵੀ ਖਿੱਚਣੀ ਬਿਲਕੁਲ ਤੇ ਇਹ ਉਹਨਾਂ ਨੇ ਬੜਾ ਕਰ ਦਿੱਤਾ ਇਹਦੇ ਵਿੱਚ ਹਵਾ ਦੀ ਗੁਜ਼ਰ ਜ਼ਿਆਦਾ ਬਣਾਤੀ ਜ਼ਬਰਦਸਤ ਹੋ ਗਿਆ ਠੀਕ ਹੈ ਜੀ ਇਹ ਸਾਰੇ ਦੇ ਪਰ ਚੇਂਜ ਹੋ ਗਏ ਨੇ ਰੇਡੀਏਟਰ ਦੀ ਕੂਲਿੰਗ ਕੈਪੈਸਿਟੀ ਇਹਦੀ ਪਹਿਲੇ 18 ਲੀਟਰ ਦੀ ਸੀ ਹੁਣ ਕਰੀਬ 24 ਲੀਟਰ ਦੀ ਹੋ ਗਈ ਹੈ ਪਲੱਸ ਇਹਦੇ ਨਾਲ ਪਰ ਕੁੱਪੀ ਪਾਣੀ ਦੀ ਲੱਗ ਗਈ ਹੈ ਵੀ ਅਗਰ ਜਿਸ ਤਰ੍ਹਾਂ ਗਰਮ ਹੋਏਗਾ ਔਰ ਪਿਸਟਨ ਉਹ ਖੁਦ ਹੀ ਪਾਣੀ ਉੱਥੋਂ ਉਠਾ ਲੇਗਾ ਕਾਰਾਂ ਦੀ ਤਰ੍ਹਾਂ ਪਹਿਲੇ ਨਹੀਂ ਸੀ ठीक है जी कूलर डालना चाहिए वैसे डालना चाहिए वो तो हर ट्रैक्टर से होना चाहिए बिल्कुल अच्छी बात होगी अच्छा बाकी इधर सपोर्ट इधर भी वही सेम आ गई ठीक सपोर्ट भी है पायदान सर चेंज हो गए आसिफ साहब पायदान चेंज होने ਨਾਲ ਸਰ ਜੀ ਇਹ ਬ੍ਰੇਕ ਪੈਡਲ ਤੇ ਉਹ ਆਪਣਾ ਕਲਚ ਪੈਡਲ ਵੀ ਚੇਂਜ ਹੋ ਗਿਆ ਆਸਿਫ ਸਾਹਿਬ ਇਹਦਾ ਰਿਵਿਊ ਆਪਾਂ ਤੁਸੀਂ ਦੋਸਤਾਂ ਨਾਲ ਫਾਰਮਰਾਂ ਨਾਲ ਸ਼ੇਅਰ ਕੀਤਾ ਨਾ ਜੀ ਸਾਰੇ ਫਾਰਮਰਾਂ ਦੀ ਸਵਾਏ ਇਸ ਤੋਂ ਮੈਨੂੰ ਕੋਈ ਹੋਰ ਕਮੈਂਟ ਨਹੀਂ ਆਇਆ ਹਾਂ ਇੱਕ ਹੀ ਕਮੈਂਟ ਸੀ ਯਾਰ ਕਾਸ਼ ਕਿਤੇ ਇੱਕ ਥੋੜਾ ਜਿਹਾ ਇਜ਼ਾਫਾ ਕਰ ਦਿੰਦੇ ਸਾਈਡ ਸ਼ਿਫਟਰ ਵੀ ਕਰ ਦਿੰਦੇ ਅੱਛਾ ਜੀ ਤੇ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਤੁਹਾਡੇ ਚੈਨਲ ਦੇ ਤਵੱਸਫ ਨਾਲ ਅਸੀਂ ਦੋਸਤਾਂ ਨੂੰ ਦੱਸਦੇ ਹਾਂ ਕਿ 100 HP ਇਨਸ਼ਾਅੱਲਾ ਜਦੋਂ ਆਏਗਾ ਨਾ ਕਮਾਲ ਹੋ ਜਾਏਗਾ ਉਹ ਵੀ ਤੁਸੀਂ ਦੇਖੋਗੇ ਨਾਲੇ ਯਾਸਰ ਭਾਈ ਇਸ ਤਾਂ ਤਬਦੀਲੀਆਂ ਹੁੰਦੀਆਂ ਨੇ ਇਹ ਥੋੜੀਆਂ ਤਾਂ ਨਹੀਂ ਆਸਿਫ ਸਾਹਿਬ ਕਾਫੀ ਸਾਰੀਆਂ ਤਬਦੀਲੀਆਂ ਨੇ ਬਿਲਕੁਲ ਇਸ ਤਰ੍ਹਾਂ ਹੈ ਠੀਕ ਹੈ ਤੇ ਇਸ ਤੋਂ ਬਾਅਦ ਡੈਸ਼ਬੋਰਡ ਜਿਹੜਾ ਉਹ ਜਨਾਬ ਹਾਂਜੀ ਇਲੈਕਟ੍ਰਿਕ ਵਾਇਰਿੰਗ ਇਹਦੀ ਚੇਂਜ ਹੋ ਗਈ ਜੀ ਪਹਿਲੇ ਨਾਲੋਂ ਅੱਛਾ ਜੀ ਔਰ ਇਹਦਾ ਵਾਇਰਿੰਗ ਜਿਹੜੀ ਨਾ ਇਲੈਕਟ੍ਰਿਕ ਵਾਇਰਿੰਗ ਉਹ ਚੇਂਜ ਹੈ ਇਸ ਮੀਟਰ ਦੇ ਨਾਲ ਵਾਇਰਿੰਗ ਹੋਰ ਆਉਂਦੀ ਹੈ ਅੱਛਾ ਜੀ ਔਰ ਜ਼ਿਆਦਾਤਰ ਇਹ ਹੋ ਗਿਆ ਵਾ ਹੈ ਤਾਂ ਗੇਜਾਂ ਤੇ ਹੀ ਆ ਅੱਛਾ ਇੱਕ ਹੋਰ ਹੈਗਾ ਸੀ ਯਾਸਰ ਭਾਈ ਚੈੱਕ ਕਰੋ ਜਨਾਬ ਇਹ ਡੈਸ਼ਬੋਰਡ ਹੈ ਜੀ ਬੜਾ ਪਿਆਰਾ ਡੈਸ਼ਬੋਰਡ ਹੈ ਯਾਰ ਡੈਸ਼ਬੋਰਡ ਮੁਕੰਮਲ ਇੱਕ ਹੀ ਪੈਨਲ ਕਰ ਦਿੱਤਾ ਹੈ ਹਾਂਜੀ ਬਟਨ ਇਹਦੇ ਚੇਂਜ ਕਰ ਦਿੱਤੇ ਨੇ ਲਾਈਟਾਂ ਵਾਸਤੇ ਇੰਡੀਕੇਟਰ ਸਵਿਚ ਵੀ ਚੇਂਜ ਕਰ ਦਿੱਤਾ ਹੈ ਬੜਾ ਨਹੀਂਗਾ ਬਹੁਤ ਜ਼ਿਆਦਾ ਜੀ ਜੀ ਇਸ ਤਰ੍ਹਾਂ ਦੀ ਇਹ ਮੁਕੰਮਲ ਹੀ ਸਮਝੋ ਚੇਂਜ ਹੈ ਜੀ ਹਾਂਜੀ ਠੀਕ ਹੈ ਘੰਟੇ ਆਪਣੇ ਡਿਜੀਟਲ ਚ ਸ਼ੋਅ ਯਾਸਰ ਭਾਈ ਪਿੱਛੇ ਚੱਲਣੇ ਆ ਟਰੈਕਟਰ ਦੇ ਪਿੱਛੇ ਜਨਾਬ ਤੈਨੂੰ ਅਸੈਂਬਲੀ ਮਿਲ ਜਾਂਦੀ ਹੈ ਉਹ ਤੇਰਾ ਭਲਾ ਉਹ ਭੱਜ ਓਏ ਅਸੈਂਬਲੀ ਸਰ ਨਾਲ ਮਿਲ ਜਾਂਦੀ ਹੈ ਪਿੱਛੇ ਗੋਬਲ ਡਾਲੀ ਹੋਈ ਹੈ ਜਨਾਬ ਅਸੈਂਬਲੀ ਤੇ ਉਹ ਹਾਲੇ ਵਰਕਿੰਗ ਦੇ ਵਿੱਚ ਹੈਗੀ ਹੈ ਵਰਕਿੰਗ ਦੇ ਵਿੱਚ ਹੈ ਜੀ ਇਹ ਜੀ ਆਸਿਫ ਸਾਹਿਬ ਇਹਨੂੰ ਚੱਕਣ ਵਾਸਤੇ ਟਰੈਕਟਰ ਦੀ ਪਾਵਰ ਚਾਹੀਦੀ ਹੈ ਹਾਂਜੀ ਤੇ ਡਾਊਨ ਕਰਨ ਵਾਸਤੇ ਜਿਵੇਂ ਆਪਾਂ ਹੱਥ ਹੀ ਲਾਇਆ ਵਾ ਤੇ ਡਾਊਨ ਹੋ ਗਈ ਠੀਕ ਹੋ ਗਿਆ ਕਿਉਂਕਿ ਹਾਈਡ੍ਰੋਲਿਕ ਤੇ ਇਹ ਹਰ ਟਰੈਕਟਰ ਦੇ ਨਾਲ ਯਾਨੀ ਕਿ 2 ਵੀਲ ਡਰਾਈਵ ਔਰ 4 ਵੀਲ ਦੇ ਨਾਲ ਦੋਨਾਂ ਨਾਲ ਆਊਗੀ ਠੀਕ ਹੋ ਗਿਆ ਪਿੱਛੇ ਤੁਹਾਨੂੰ ਜੈਕ ਮਿਲ ਜਾਣਗੇ ਲਿਫਟ ਕੈਪੈਸਿਟੀ ਜਿਹੜੀ ਹੈ ਡਿਲੈਕਸ ਵਾਲੀ ਜਿਸ ਤਰ੍ਹਾਂ ਕਿ बढ़ाई गई सी वो मिलूगी कपलर अच्छा यार सर भाई ਪਿੱਛੇ ਚੱਲਦੇ ਆ ਇੱਕ ਇਹਨਾਂ ਦਾ ਇੱਕ ਹੋਰ ਮੈਨੂੰ ਕੰਮ ਬਹੁਤ ਪਸੰਦ ਆਇਆ ਵੈਸੇ ਤਾਂ ਡਿਲਕਸ ਦੇ ਵਿੱਚ ਵੀ ਇਹ ਲੈਂਕਾਂ ਆ ਗਈਆਂ ਸੀ ਲੈਂਕਾਂ ਮੇਰਾ ਖਿਆਲ ਸਾਦੇ ਵਿੱਚ ਵੀ ਚੇਂਜ ਕਰ ਦਿੱਤੀਆਂ ਗਈਆਂ ਹਾਂਜੀ ਨਵੇਂ ਮਾਡਲ ਚੇਂਜ ਲੇਕਿਨ ਵੇਖੋ ਨਾ ਹਰ ਟਿਊਬ ਨੂੰ ਇੱਥੇ ਲੱਪਾ ਪਿਆ ਹੋਇਆ ਹੁੰਦਾ ਸੀ ਹਾਂਜੀ ਤੇ ਇਹ ਉਹ ਵੀ ਜਿਹੜਾ ਨਾ ਇੱਕ ਹੋਰ ਚੀਜ਼ ਨੇ ਨੋਟ ਕੀਤੀ ਜੀ ਜੀ ਤੁਸੀਂ ਆਪਣੇ ਟਰੈਕਟਰ ਦਾ ਵੀ ਜਾ ਕੇ ਦੇਖ ਲਿਓ ਇਹ ਜਿਹੜਾ ਹਿੱਸਾ ਆ ਇਹ ਆਪਣਾ ਟੂਬ ਦੇ ਉੱਤੇ ਟਕਰਾਉਂਦਾ ਹੁੰਦਾ ਸੀ ਹਾਂ ਬਿਲਕੁਲ ਇਸ ਤਰ੍ਹਾਂ ਹੀ ਦੋਹਾਂ ਸਾਈਡਾਂ ਤੋਂ ਨਹੀਂ ਟਕਰਾ ਰਿਹਾ ਨਹੀਂ ਟਕਰਾ ਰਿਹਾ ਉਹੀ ਮੈਂ ਗੱਲ ਕਰ ਰਿਹਾ ਇੱਥੇ ਲੱਪਾ ਬਣ ਜਾਂਦਾ ਸੀ ਥੱਲੇ ਸੁਰਾਖ ਹੋ ਜਾਂਦਾ ਸੀ ਟਿਊਬ ਦੇ ਵਿੱਚ ਨਿਸ਼ਾਨ ਹੋ ਜਾਂਦਾ ਤੇ ਅਗਰ ਬੰਦੇ ਨਹੀਂ ਧਿਆਨ ਕਰਦਾ ਤਾਂ ਕਈ ਤਾਂ ਵਿਚਾਰੇ ਇੱਥੇ ਮੈਂ ਨਾ ਵੀ ਚੰਗਾ ਬਲਾ 2-2 ਇੰਚ ਦਾ ਸੁਰਾਖ ਹੋ ਜਾਂਦਾ ਪੁਰਾਣੇ ਟਰੈਕਟਰ ਦੇਖੋ ਨਾ ਟੋਏ ਜਿਹਾ ਪਏ ਹੁਣ ਹਾਂ ਬਿਲਕੁਲ ਇਹ ਆਸਿਫ ਸਾਹਿਬ ਇਹ ਹੁਣ ਉੱਚਾ ਹੀ ਰਹੂਗਾ ਲੈਂਕਾਂ ਦੋਨਾਂ ਸਾਈਡਾਂ ਤੋਂ ਐਡਜਸਟ ਹੋ ਗਈਆਂ ਬਿਲਕੁਲ ਪਹਿਲੇ ਤੋਂ ਮਜ਼ਬੂਤ ਹੈ ਨਵੇਂ ਮਾਡਲ 'ਚ ਇਹੀ ਲੈਂਕਾਂ ਆਇਆ ਕਰਨ ਜੀ ਜੀ ਇਹਦੇ ਨਾਲ ਪਲੱਸ ਆਪਾਂ ਨੂੰ ਇਹ ਮਿਲ ਜਾਂਦੇ ਡਿਲੈਕਸ ਵਾਲੇ ਹਾਂਜੀ ਜ਼ਿਆਦਾ ਵਜ਼ਨ ਉਠਾਉਣਾ ਜ਼ਿਆਦਾ ਵਜ਼ਨ ਕਿਉਂਕਿ ਹੁਣ ਆਲੂ ਵਾਲੇ ਪਲਾਂਟਰ ਜਿਹੜੇ ਹੋ ਗਏ ਤਾਂ ਹੋ ਗਏ ਵੱਡੇ ਉਹ ਆਸਿਫ ਸਾਹਿਬ ਜਿਹੜੀ ਲੱਗੀ ਇਦਾਂ ਹੀ ਮਿਲੂਗੀ ਅੱਛਾ ਇਹ ਆਪਾਂ ਨੂੰ ਨਾਲ ਮਿਲੇਗੀ ਜਿਹੜੀਆਂ ਚੀਜ਼ਾਂ ਟਰੈਕਟਰ ਦੇ ਨਾਲ ਖੜੀਆਂ ਨਾਲ ਹੀ ਮਿਲਣਗੀਆਂ ਉਹਨਾਂ ਨੇ ਐਕਸਟਰਾ ਡੈਮੋ ਦੇਣ ਵਾਸਤੇ ਕੋਈ ਨਹੀਂ ਕੀਤਾ ਵੀ ਫਰੰਟ ਤੇ weight ਦੇ ਕੇ ਜਾਂ ਕੋਈ ਵਾਧਾ ਘਾਟਾ ਕਰੀਏ ਉਹਨਾਂ ਨੇ ਜੋ ਟਰੈਕਟਰ ਦੇ ਨਾਲ ਦੇਣਾ ਉਹਨਾਂ ਨੇ ਉਹ ਹੀ ਲਾਇਆ ਅੱਛਾ ਯਾਸਰ ਭਾਈ ਇੰਜ ਹੈ ਵੀ ਇਹ ਟਰੈਕਟਰ ਜਿਹੜਾ ਨਾ ਚੱਲ ਰਹੀ ਹੈ ਟ੍ਰਾਇਲ ਦੇ ਵਿੱਚ ਜੀ ਹਾਲੇ ਤੱਕ ਸੁਣਦੇ ਪਏ ਆ ਕਿ ਇਹਦੇ ਵਿੱਚ ਵੀ ਹੋ ਸਕਦਾ ਹੈ ਕੁਝ ਹੋਰ ਚੀਜ਼ਾਂ ਚੇਂਜ ਕੀਤੀਆਂ ਜਦੋਂ ਕੰਪਨੀ ਨੇ ਸਾਹਮਣੇ ਲੈ ਕੇ ਆਉਣਾ ਨਾ ਮੇਰੇ ਖਿਆਲ ਵਿੱਚ ਜੋ ਇਹਨਾਂ ਨੇ ਬਣਾਤਾ ਇਹ ਕਾਫੀ ਆ ਬਟ ਉਹ ਮੁਮਕਿਨ ਆ ਕਿ ਜਦੋਂ ਕੰਪਨੀ ਵੈਸੇ ਤਾਂ ਉਹਨਾਂ ਦੇ ਪਲੇਟਫਾਰਮ ਤੇ ਮੌਜੂਦ ਆ ਕੰਪਨੀ ਨੇ ਅਫੀਸ਼ੀਅਲੀ ਆਪਣੇ ਹਲੇ ਪਲੇਟਫਾਰਮ ਤੋਂ ਕੋਈ ਕੀਮਤ ਜਿਹੜੀ ਦੀ ਅਨਾਉਂਸ ਨਹੀਂ ਕੀਤੀ ਤਾਂ ਬਟ ਇਹ ਹੈ ਕਿ ਉਹਨਾਂ ਕੋਲ ਅਵੇਲੇਬਲ ਹੈ ਜੀ ਬੁਕਿੰਗ ਦੇ ਮੁਤਲਕ ਅੱਜ ਕੋਈ ਜਾਣਕਾਰੀ ਲੈਣੇ ਆ ਤੇ ਫਿਰ ਇਨਸ਼ਾਅੱਲਾ ਉਹ ਵੀ ਸ਼ੇਅਰ ਕਰਾਂਗੇ ਜੀ ਠੀਕ ਹੋ ਗਿਆ ਅਗਰ ਬੁਕਿੰਗ ਜਲਦੀ ਸ਼ੁਰੂ ਹੋ ਜਾਂਦੀ ਤੇ ਫਿਰ ਤੇ ਗ੍ਰੀਨ ਟਰੈਕਟਰ ਸਕੀਮ ਅੱਗੇ ਜਿਹੜੀ ਨੈਕਸਟ ਆ ਰਹੀ ਉਹਦੇ ਵਿੱਚ ਵੀ ਆਏਗਾ ਉਹਦੇ ਵਿੱਚ ਸ਼ਾਮਲ ਹੋ ਜਾਏਗਾ ਔਰ ਜਿਹੜੀ ਇੱਕ ਸਕੀਮ ਆਈ ਸੀ ਨਾ ਫਾਰਮ ਮੈਕਨਾਈਜੇਸ਼ਨ ਦੇ ਵਿੱਚ ਇਸ ਤਰ੍ਹਾਂ ਦੀ 0% ਤੇ 0% ਤੇ ਇਹ ਸਰ ਉਹਦੇ ਵਿੱਚ ਵੀ ਇੰਟਰ ਹੋ ਜਾਏਗਾ ਜਿਸ ਤਰ੍ਹਾਂ ਕਿ ਬੁਰਾਕ ਕੱਲਾ ਟਰੈਕਟਰ ਸੀ ਨਾ ਜੀ ਉਹ ਕੱਲਾ ਹੀ ਖੇਡ ਰਿਹਾ ਸੀ ਹੁਣ ਮੇਰੇ ਟਰੈਕਟਰ ਦਾ ਜਨਾਬ ਟਰਬੋ ਇਹ ਵੀ ਬੜੀ ਅੱਛੀ ਆਪਸ਼ਨ ਆ ਗਈ ਹੈ ਜੀ ਸਰ ਦੇਖੋ ਫਾਰਮਰ ਵਾਲੀ ਕੋਈ ਚੁਆਇਸ ਹੈਗੀ ਨਾ ਦੇਖੋ ਜਿਹੜੇ ਬੰਦੇ ਲੈਂਦੇ ਸੀ ਉਹ ਇਹਦਾ ਪੁੱਛਦੇ ਸੀ ਕਿ ਮੈਸੀ ਦਾ ਕੋਈ ਟਰੈਕਟਰ ਉਹ ਫਿਰ ਨਹੀਂ ਸੀ ਉਹਦੇ ਵਿੱਚ ਬਣਦਾ ਬਿਲਕੁਲ ਹੁਣ ਬਣ ਗਿਆ ਜਨਾਬ ਚਲੋ ਬਹੁਤ ਸ਼ੁਕਰੀਆ ਯਾਸਰ ਭਾਈ ਬਾਕੀ ਜਨਾਬ ਫਰੰਟ ਟਾਇਰ ਸਾਈਜ਼ ਜਿਹੜਾ ਹੈ ਨਾ ਉਹ 4 ਆ ਗਿਆ ਪਿਛਲਾ ਤੁਹਾਡੀ ਆਪਣਾ ਭਾਈ ਇਹ ਪੈਂਥਰ ਨੇ ਬਣਾ ਕੇ ਦਿੱਤਾ ਜੀ ਹਾਂਜੀ ਪੈਂਥਰ ਦਾ ਟਾਇਰ ਬੜਾ ਪਸੰਦ ਕਰਦੇ ਆ ਲੋਕ ਅੱਛਾ ਬ੍ਰਾਂਡ ਹੈ ਤੁਹਾਡੇ ਇਲਾਕੇ 'ਚ ਭਾਈ ਬਹੁਤ ਚੱਲਦਾ ਹੈ ਹਾਂਜੀ ਮੈਂ ਹਾਲਾਂਕਿ ਮੈਂ 2 ਦਫਾ ਗਿਆ ਮੈਨੂੰ ਦੋਸਤਾਂ ਦੱਸਿਆ ਹਾਂਜੀ ਅੱਛਾ
ਹਾਂਜੀ ਚੰਗਾ ਚੰਗਾ ਮਟੀਰੀਅਲ ਅੱਛਾ ਲਗਾਇਆ 14/9/28 ਦੇ ਵਿੱਚ ਪੈਂਥਰ ਨੇ ਬਣਾ ਕੇ ਦਿੱਤਾ ਜਨਾਬ ਇਹ ਦਿਖਾ ਦਿਓ ਇਹ ਕੋਈ ਨਵਾਂ ਹੀ ਨਾਮ ਆਇਆ ਨਵਾਂ ਹੀ ਨਾਮ ਆਇਆ ਪੈਂਥਰ ਦੀ ਕੀ ਬਾਤ ਹੈ ਮੇਰੀ ਇੰਗਲਿਸ਼ ਵੀ ਬੜੀ ਟਾਈਟ ਹੈ ਪੈਂਥਰ ਭਾਈ ਬ੍ਰਾਂਡ ਹੈ ਆਪਣਾ ਹਾਂਜੀ ਬ੍ਰਾਂਡ ਹੈ ਤੇ ਇਹ ਪਿਛਲਾ ਟਾਇਰ ਪਿਛਲਾ ਸਾਰਾ ਪਿਛਲਾ ਟਾਇਰ ਹੈ ਜੀ 18/4/30 ਦਾ ਔਰ ਇਹ ਆਪਣਾ ਇਹ ਆਸਫ ਮਿਲਤ ਸਾਹਿਬ ਆਪਣਾ ਮੇਰਾ ਖਿਆਲ ਹੈ ਮਿਲਤ ਟਰੈਕਟਰ ਦਾ ਆਪਣਾ ਹੈ ਔਰ ਡਿਲੈਕਸ ਦੀ ਪ੍ਰਿੰਟਿੰਗ ਤੋਂ ਇਹਨੂੰ ਪੈਂਥਰ ਬਣਾ ਕੇ ਦੇ ਰਿਹਾ ਅੱਛਾ ਜੀ ਇਹ ਉਹਨਾਂ ਦਾ ਇਹ ਪੈਂਥਰ ਪਾਵਰ ਦੇ ਨਾਮ ਤੋਂ ਇਹ ਗੁੱਡੀ ਤੁਹਾਨੂੰ ਮਿਲਦੀ ਪੈਂਥਰ ਪਾਵਰ ਦੇ ਨਾਮ ਤੋਂ ਇਹ ਗੁੱਡੀ ਆਪਾਂ ਨੂੰ ਮਿਲ ਸਕਦੀ ਹੈ ਜਨਾਬ ਯਾਸਰ ਭਾਈ ਤੁਸੀਂ weight ਜਨਾਬ 110 kg ਹੈ ਜੀ ਇੱਕ ਸਾਈਡ ਤੇ 105 kg 105 kg ਦੂਜੀ ਸਾਈਡ ਅੱਛਾ 105 kg ਇੱਕ ਰਿਮ ਦੇ ਨਾਲ ਹੈ ਜੀ ਇੱਕ ਰਿਮ ਦੇ ਨਾਲ ਇਹ ਜਿਹੜੀ ਪਲੇਟ ਹੈ 55 ਕਿਲੋ ਦੀ ਚਲੋ ਯਾਸਰ ਭਾਈ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੀ ਬਹੁਤ ਜਿਹੜਾ ਸ਼ੁਕਰੀਆ ਹੈਲਪ ਸਾਹਿਬ। ਕੀਤੀ ਸਾਨੂੰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਦੱਸੀਆਂ ਨੇ ਜੀ ਭਾਈ